ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਅਸੀਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜੋ ਮਿਰਜ਼ਾ ਸਾਹਿਬਾ, ਗੁਰੂ ਸਾਹਿਬ ਜੀ ਨੇ ਬਹੁਤ ਸਾਰੇ ਔਰਤਾਂ ਦੇ ਚਰਿੱਤਰ ਲਿਖੇ ਆ। ਇਸਤਰੀਆਂ ਦੇ ਜਿਹੜੇ ਚਰਿੱਤਰ ਆ, ਕਿਸ ਤਰ੍ਹਾਂ ਭਾਵ ਕਿ ਉਹਨੂੰ ਵੇਖ ਕੇ ਬੰਦਾ ਭਰਮ ਜਾਂਦਾ ਹੈ। ਉਹਦੀਆਂ ਗੱਲਾਂ ਵਿੱਚ ਆ ਕੇ ਵੱਡੇ ਵੱਡੇ ਰਾਜੇ ਆਪਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਆ। ਇਹ ਕਾਮ ਵਾਸ਼ਨਾ ਤੋਂ ਬਚਾਉਣ ਲਈ ਗੁਰੂ ਸਾਹਿਬ ਜੀ ਨੇ ਚਰਿੱਤਰਾਂ ਬਾਰੇ ਦੱਸਿਆ ਕਿ ਮੇਰਾ ਸਿੱਖ ਇਸਤਰੀ ਦੇ ਜਾਲ, ਉਹਦੀਆਂ ਗੱਲਾਂ ਵਿੱਚ ਆ ਕੇ ਆਪਣੀ ਜ਼ਿੰਦਗੀ ਨਾ ਬਰਬਾਦ ਕਰ ਲਵੇ, ਆਪਦੇ ਚਰਿੱਤਰ ਤੇ ਦਾਗ ਨਾ ਲਵਾ ਲਵੇ। ਸੋ ਗੁਰੂ ਸਾਹਿਬ ਜੀ ਨੇ ਭਾਈ ਸਾਨੂੰ ਸੰਬੋਧਨ ਕੀਤੇ ਆ ਇਹ ਕੁਝ ਵਾਕ, ਕੁਝ ਚਰਿੱਤਰ ਔਰਤਾਂ ਦੇ, ਕਿ ਦੇਖੋ ਔਰਤਾਂ ਦੇ ਵਿੱਚ ਗੁਣ ਵੀ ਬਹੁਤ ਹੁੰਦੇ ਆ ਤੇ ਔਰਤਾਂ ਦੀਆਂ ਜਿਹੜੀਆਂ ਕਮੀਆਂ ਹੁੰਦੀਆਂ, ਚਰਿੱਤਰ ਹੁੰਦੇ ਉਹਨਾਂ ਦੇ, ਜਿਹਨੂੰ ਵੱਡੇ ਵੱਡੇ ਰਾਜੇ ਵੀ ਸਮਝ ਨਹੀਂ ਸਕਦੇ, ਜੋ ਸਾਧੂਆਂ ਦਾ ਈਮਾਨ ਵੀ ਡਲਾ ਦਿੰਦੀਆਂ, ਉਹਦੇ ਬਾਰੇ ਫਿਰ ਗੁਰੂ ਸਾਹਿਬ ਜੀ ਨੇ ਕੁਝ ਚਰਿੱਤਰ ਦਸਮ ਗ੍ਰੰਥ ਵਿੱਚ ਦਰਜ ਕੀਤੇ ਆ। ਉਹਦੇ ਵਿੱਚੋਂ ਮਿਰਜ਼ਾ ਸਾਹਿਬਾਂ ਦਾ ਇੱਕ ਚਰਿੱਤਰ ਦੱਸਿਆ ਹੈ, ਉਹਦੇ ਬਾਰੇ ਆਪਾਂ ਅੱਜ ਸਰਵਣ ਕਰਾਂਗੇ। ਜਿਹੜੇ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦੇ ਉਹਨਾਂ ਨੂੰ ਮੈਂ ਪਹਿਲਾਂ ਬੇਨਤੀ ਕਰ ਦਿੰਦਾ, ਉਹਨਾਂ ਵਾਸਤੇ ਵੀਡੀਓ ਨਹੀਂ ਹੈ ਜੀ। ਗੁਰੂ ਪਿਆਰਿਓ, ਉਹਨਾਂ ਵਾਸਤੇ ਵਿਚਾਰ ਨਹੀਂ ਹਨ। ਜਿਹੜੇ ਮੰਨਦੇ ਹਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਨੂੰ, ਉਹਨਾਂ ਵਾਸਤੇ ਆਏ, ਕਿਉਂਕਿ ਬਹੁਤ ਕੁਝ ਅਜਿਹਾ ਹੁੰਦਾ ਕਿ ਅਸੀਂ ਇਹਨੂੰ ਮੰਨਦੇ ਨਹੀਂ। ਸਾਨੂੰ ਲੱਗਦਾ ਵੀ ਸਾਡਾ ਗੁਰੂ ਇਹ ਗੱਲ ਨਹੀਂ ਕਰ ਸਕਦਾ। ਗੁਰੂ ਸਾਹਿਬ ਜੀ ਜਿੱਥੇ ਸਿੱਖਾਂ ਨੂੰ ਸਮਝਾਉਣ ਖਾਤਰ ਕ੍ਰੋਧ ਬਾਰੇ ਦੱਸ ਸਕਦੇ ਆ, ਲਾਲਚ ਬਾਰੇ ਦੱਸ ਸਕਦੇ ਆ, ਜਿੱਥੇ ਹੰਕਾਰ ਦੀ ਕਥਾ ਕਰ ਸਕਦੇ ਆ, ਉੱਥੇ ਕਾਮ ਤੋਂ ਬਚਾਉਣ ਲਈ ਸਿੱਖਾਂ ਨੂੰ ਕਾਮ ਦੇ ਬਾਰੇ ਵੀ ਦੱਸ ਸਕਦੇ ਆ, ਇੱਕ ਗਿਆਨ ਦੇ ਸਕਦੇ ਆ। ਤਾਂ ਇੱਕ ਗਿਆਨ ਆ ਇਹ, ਕਿਸ ਤਰ੍ਹਾਂ ਔਰਤਾਂ ਦੇ ਪਿੱਛੇ ਲੱਗ ਕੇ ਮਰਦਾਂ ਦੇ ਘਰ ਬਰਬਾਦ ਹੋਏ ਆ, ਕਿਵੇਂ ਉਹਨਾਂ ਰਾਜਿਆਂ ਦੇ ਸਿੰਘਾਸਨ ਡੋਲ ਗਏ, ਉਹਨਾਂ ਦੀ ਜ਼ਿੰਦਗੀ ਬਰਬਾਦ ਹੋਈ। ਮੇਰੇ ਸਿੱਖ ਨੇ ਇਹਨਾਂ ਕੰਮਾਂ ਦੇ ਵਿੱਚ ਨਹੀਂ ਪੈਣਾ, ਗੁਰੂ ਸਾਹਿਬ ਜੀ ਨੇ ਇਹ ਦੱਸਿਆ। ਤਾਂ ਗੁਰੂ ਪਿਆਰਿਓ, ਆਓ ਆਪਾਂ ਪਹਿਲਾਂ ਥੋੜ੍ਹਾ ਜਿਹਾ ਸੰਖੇਪ ਦੇ ਵਿੱਚ ਇਹ ਲੋਕ ਗਥਾ ਜਿਹੜੀ ਸੀਗੀ, ਇਹ ਕਥਾ ਦਾ ਜਿਹੜਾ ਸਾਰ ਆ, ਉਹਨੂੰ ਕੁਝ ਕਵੀਆਂ ਨੇ ਵੀ ਲਿਖਿਆ। ਥੋੜ੍ਹਾ ਜਿਹਾ ਇਹਦੇ ਬਾਰੇ ਜਾਣ ਕੇ ਜੋ ਗੁਰੂ ਸਾਹਿਬ ਜੀ ਅੱਗੇ ਕਹਿੰਦੇ ਆਪਾਂ ਜਾਣਾਂਗੇ। ਸਾਹਿਬਾਂ ਖੀਵੇ ਮਾਣੀ ਦੇ ਸਰਦਾਰ, ਖੀਵੇ ਖਾਨ ਦੀ ਧੀ ਸੀਗੀ, ਤੇ ਮਿਰਜ਼ੇ ਦਾ ਜਨਮ ਦਾਨਾਬਾਦ ਵਿੱਚ ਬੰਜਲ ਦੇ ਘਰ ਹੋਇਆ। ਸਾਹਿਬਾਂ ਰਿਸ਼ਤੇ ਵਿੱਚ ਮਿਰਜ਼ੇ ਦੇ ਮਾਮੇ ਦੀ ਧੀ ਸੀਗੀ। ਅਸਲ ਦੇ ਵਿੱਚ ਸੀਗੇ ਭੈਣ ਭਰਾਈ, ਇਹ ਮਾਮੇ ਦੀ ਬੇਟੀ ਲੱਗਦੀ ਸੀ। ਸਾਹਿਬਾਂ ਕੁਝ ਵੱਡੀ ਹੋਈ, ਉਹਨੂੰ ਮਸੀਤ ਵਿੱਚ ਪੜ੍ਹਨੇ ਪਾਇਆ ਗਿਆ। ਮਿਰਜ਼ੇ ਦੇ ਬਚਪਨ ਵਿੱਚ ਹੀ ਉਹਦੇ ਪਿਓ ਦਾ ਸਾਇਆ ਉੱਠ ਗਿਆ ਸੀਗਾ, ਇਸ ਕਰਕੇ ਉਹ ਨਾਨਕੇ ਘਰੇ ਰਹਿਣ ਲੱਗ ਗਿਆ। ਮਿਰਜ਼ਾ ਵੀ ਮਸੀਤ ਵਿੱਚ ਪੜ੍ਹਨ ਜਾਂਦਾ, ਇਕੱਠੇ ਰਹਿਣ ਕਰਕੇ ਇਹਨਾਂ ਦੀ ਪ੍ਰੀਤ ਹੋ ਗਈ। ਹੌਲੀ ਹੌਲੀ ਇਹਨਾਂ ਦਾ ਆਪਸੀ ਇਸ਼ਕ ਦੁਨੀਆ ਵਿੱਚ ਇਸ ਤਰ੍ਹਾਂ ਬੜਾ ਹੀ ਜ਼ਿਆਦਾ ਮਸ਼ਹੂਰ ਹੋ ਗਿਆ। ਮਿਰਜ਼ਾ ਵਿਆਹ ਤੋਂ ਪਹਿਲਾਂ ਸਾਹਿਬਾਂ ਨੂੰ ਬੱਕੀ ਉੱਤੇ ਬਿਠਾ ਕੇ ਹਵਾ ਹੋ ਗਿਆ ਸੀ ਘੋੜੀ ਤੇ ਕਾਫੀ ਦੂਰ ਨਿਕਲ ਜਾਣ ਮਗਰੋਂ ਨਿਸ਼ਚਿੰਤ ਹੋ ਕੇ ਸੌਂ ਗਿਆ। ਉਹਨੂੰ ਹੰਕਾਰ ਹੋ ਗਿਆ ਸੀ ਆਪਦਾ ਕਿ ਮੈਂ ਤਾਂ ਹਰ ਬੰਦੇ ਨੂੰ ਤੀਰ ਨਾਲ ਮਾਰ ਸਕਦਾ। ਪਰ ਸਾਹਿਬਾ ਜਿਹੜੀ ਸੀਗੀ, ਉਹਨੇ ਮਿਰਜ਼ੇ ਦੇ ਜਿਹੜੇ ਸੀਗੇ ਭੱਥਾ ਸੀਗਾ, ਤੀਰ ਸੀਗੇ, ਕਮਾਨ ਸੀ, ਉਹ ਜੰਡ ਦੇ ਉੱਪਰ ਟੰਗ ਦਿੱਤੇ ਸੀਗੇ। ਇਸ ਕਰਕੇ ਫਿਰ ਮਿਰਜ਼ੇ ਦੀ ਮੌਤ ਹੋ ਗਈ ਸੀ ਉੱਥੇ। ਮਿਰਜ਼ੇ ਨੂੰ ਆ ਕੇ ਉਹਦੇ ਭਰਾਵਾਂ ਨੇ, ਸਾਹਿਬਾਂ ਦੇ ਨੇ ਘੇਰ ਲਿਆ ਸੀਗਾ। ਸਿਆਲਾਂ ਤੇ ਝੰਦੜਾਂ ਦੀ ਵਾਹਰ ਖੁਰਾਂ ਨੂੰ ਨੱਪਦੀ ਹੋਈ ਉੱਥੇ ਪਹੁੰਚੀ ਆ, ਤੇ ਇਕੱਲਾ ਮਿਰਜ਼ਾ ਫਿਰ ਸਿਆਲਾਂ ਤੇ ਚੰਦੜਾਂ ਦੇ ਹੱਥੋਂ ਮਾਰਿਆ ਗਿਆ। ਤੇ ਇਹ ਜਿਹੜੇ ਸੀਗੇ ਜਿੱਥੇ ਰਿਸ਼ਤਾ ਹੋਇਆ ਸੀ ਸਾਹਿਬਾਂ ਦਾ, ਉਹ ਵੀ ਆ ਗਏ, ਸਾਹਿਬਾਂ ਦਾ ਭਰਾ ਵੀ ਆ ਗਏ। ਉਹਨਾਂ ਨੇ ਆ ਕੇ ਫਿਰ ਮਿਰਜ਼ੇ ਨੂੰ ਮਾਰਤਾ ਸੀ। ਹੁਣ ਗੁਰੂ ਸਾਹਿਬ ਜੀ ਇਹਦੇ ਬਾਰੇ ਕੀ ਕਹਿੰਦੇ ਆ, ਆਓ ਆਪਾਂ ਜਾਣਦੇ ਹਾਂ। ਇਹ ਚਰਿੱਤਰ ਹੈ 129ਵਾਂ। ਗੁਰੂ ਸਾਹਿਬ ਜੀ ਦੇ ਬਹੁਤ ਸਾਰੇ ਚਰਿੱਤਰ ਆ। ਹੁਣ ਗੁਰੂ ਸਾਹਿਬ ਜੀ ਕਹਿੰਦੇ ਭਾਈ ਉਹ ਮਿਰਜ਼ਾ ਸਾਹਿਬਾ ਦੀ ਗੱਲ ਸੁਣੋ, ਤੇ ਉਹਦਾ ਤੱਤ ਸਾਰ ਕੀ ਆ ਮੈਂ ਦੱਸ ਹੀ ਦਿੱਤਾ ਕਿ ਗੁਰੂ ਸਾਹਿਬ ਜੀ ਇਹ ਸਮਝਾਉਣਾ ਚਾਹੁੰਦੇ ਆ। ਕਈ ਵਾਰ ਇਸਤਰੀਆਂ ਦੇ ਚਰਿੱਤਰ ਕਰਕੇ ਬੰਦੇ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਆ। 405 ਚਰਿੱਤਰ ਸਮਾਪਤ। ਇਹ ਚਰਿੱਤਰ ਬਹੁਤ ਹੁੰਦੇ ਆ। ਰਾਵੀ ਦਰਿਆ ਦੇ ਕੰਢੇ ਸਾਹਿਬਾ ਨਾਂ ਦੀ ਇੱਕ ਇਸਤਰੀ ਰਹਿੰਦੀ ਸੀ। ਰਾਵੀ ਨਦ ਉੱਪਰ ਬਸੈ ਨਾਰ ਸਾਹਿਬਾ ਨਾਮ, ਮਿਰਜ਼ਾ ਕੇ ਸੰਗ ਦੋਸਤੀ ਕਰਤ ਅਠੂ ਹੂੰ ਜਾਮ।
ਉਹਦਾ ਮਿਰਜ਼ੇ ਨਾਲ ਪਿਆਰ ਪੈਦਾ ਹੋ ਗਿਆ, ਪ੍ਰੀਤ ਬਣ ਗਈ। ਜਿਸ ਤਰ੍ਹਾਂ ਇੱਕ ਜਵਾਨੀ ਦੇ ਵਿੱਚ ਬੰਦੇ ਤੋਂ ਇਹ ਸਾਰੀਆਂ ਚੀਜ਼ਾਂ ਆਕਰਸ਼ਿਤ ਹੋ ਜਾਂਦੀਆਂ ਨੇ, ਰੂਪ ਵੱਲ ਬੰਦਾ ਖਿੱਚਿਆ ਜਾਂਦਾ, ਇਸ ਤਰ੍ਹਾਂ ਹੀ ਜਦੋਂ ਪਤਾ ਲੱਗਾ ਤੇ ਸਾਹਿਬਾ ਦੀ ਜਿਹੜੀ ਸ਼ਾਦੀ ਆ ਉਹਦੇ ਘਰਦਿਆਂ ਨੇ ਚੰਦੜਾਂ ਦੇ ਕਿਸੇ ਲੜਕੇ ਦੇ ਨਾਲ ਕਰਨੀ ਤੈਅ ਕਰ ਦਿੱਤੀ ਆ। ਸਾਹਿਬਾ ਨੂੰ ਵਿਆਹੁਣ ਲਈ ਉੱਧਰੋਂ ਲਾੜੇ ਨੇ ਤਿਆਰੀਆਂ ਖਿੱਚੀਆਂ। ਇਹ ਗੱਲ ਦੀ ਚਿੰਤਾ ਸਾਹਿਬਾ ਨੂੰ ਸਤਾਉਣ ਲੱਗੀ ਤੇ ਉੱਧਰੋਂ ਮਿਰਜ਼ੇ ਨੂੰ ਵੀ ਸਤਾਉਣ ਲੱਗੀ। ਮਿਰਜ਼ੇ ਨੇ ਸੋਚਿਆ, ਜਾ ਕੋ ਯਤਨ ਕੌਣ ਸੋ ਕੀਜੈ, ਜਾਤੇ ਜਹ ਅਬਲਾਹਰ ਲੀਜੈ। ਕਹਿਣ ਲੱਗਾ ਇਹੋ ਜਿਹਾ ਤੌਰ ਤਰੀਕਾ ਵਰਤਿਆ ਜਾਵੇ ਜਿਹਦੇ ਨਾਲ ਇੱਕ ਇਸ ਜਿਹੜੀ ਸਾਹਿਬਾ ਹੈ ਇਹਨੂੰ ਮੈਂ ਵਿਆਹ ਕੇ ਲੈ ਕੇ ਜਾਣਾ, ਹੋਰ ਮੈਂ ਕਿਸੇ ਨਾਲ ਇਹਦਾ ਵਿਆਹ ਹੋਣ ਨਹੀਂ ਦੇਣਾ। ਹੋਰ ਕਿਸੇ ਵਿੱਚ ਇੰਨੀ ਹਿੰਮਤ ਨਹੀਂ, ਕਿਉਂਕਿ ਮਿਰਜ਼ੇ ਨੂੰ ਵੀ ਹੰਕਾਰ ਸੀਗਾ ਆਪਦੇ ਜ਼ੋਰ ਦਾ। ਤੇ ਇਧਰੋਂ ਸਾਹਿਬਾ ਦੇ ਮਨ ਵਿੱਚ ਗੱਲ ਆਈ, ਕਹਿੰਦੀ ਪਿਆਰ ਨੂੰ ਛੱਡਣਾ ਬਹੁਤ ਮੁਸ਼ਕਲ ਆ। ਉਹਨੇ ਆਪਣੀ ਇੱਕ ਦਾਸੀ ਸੀਗੀ, ਗੋਲੀ ਸੀਗੀ, ਉਹਨੂੰ ਕਹਿਣ ਲੱਗੀ, ਦੇਖ ਮੈਂ ਆਪਦੀਆਂ ਮਾਂ ਦੀਆਂ ਮਿੰਨਤਾਂ ਕੀਤੀਆਂ ਨੇ ਕਿ ਮੈਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ, ਪਰ ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ। ਮੁੱਖ ਮੰਗੇ ਬਰੂ ਦੇਤ ਨੇ ਘੋਲ ਘੁਮਾਈ ਮਾਏ। ਮੈਂ ਮਾਂ ਦੀਆਂ ਮਿੰਨਤਾਂ ਕਰਕੇ ਥੱਕ ਗਈ ਹਾਂ। ਸਾਹਿਬਾ ਆਪਦੀ ਇੱਕ ਦਾਸੀ ਨਾਲ, ਸਖੀ ਸਹੇਲੀ ਨਾਲ ਗੱਲਾਂ ਕਰਦੀ ਆ ਕਿ ਤੂੰ ਦੱਸ ਹੁਣ ਭੈਣੇ ਮੈਂ ਕੀ ਕਰਾਂ, ਉਹਨੂੰ ਛੱਡ ਕੇ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾ ਸਕਦੀ। ਤੂੰ ਮੇਰਾ ਸੁਨੇਹਾ ਜਾ ਕੇ ਉਹਨੂੰ ਦੇ, ਮੈਨੂੰ ਘੋੜੀ ਤੇ ਆ ਕੇ ਲੈ ਜਾਵੇ, ਮੈਂ ਉਹਦੇ ਨਾਲ ਹੀ ਵਿਆਹ ਕਰਾਵਾਂਗੀ, ਹੋਰ ਕਿਸੇ ਦੇ ਨਾਲ ਮੈਂ ਨਹੀਂ ਜਾਣਾ। ਜਦੋਂ ਤੱਕ ਬਰਾਤ ਸਾਡੇ ਘਰ ਪਹੁੰਚ ਨਹੀਂ ਜਾਂਦੀ ਉਦੋਂ ਪਹਿਲਾਂ ਮੈਨੂੰ ਆ ਕੇ ਘੋੜੀ ਤੇ ਬਿਠਾ ਕੇ ਕਿੱਧਰ ਲੈ ਜਾਵੇ ਮਿਰਜ਼ਾ, ਇਹ ਜਾ ਕੇ ਮੇਰਾ ਸੁਨੇਹਾ ਉਹਨੂੰ ਦੇ ਦੇ। ਇਸ ਤਰ੍ਹਾਂ ਗੁਰੂ ਪਿਆਰਿਓ, ਜਿਵੇਂ ਜਿਵੇਂ ਬਰਾਤ ਦਾ ਆਉਣਾ ਮੈਨੂੰ ਪਤਾ ਲੱਗਦਾ, ਉਦੋਂ ਮੈਨੂੰ ਬੜਾ ਦੁੱਖ ਹੁੰਦਾ। ਮੈਂ ਹੱਥ ਨਾਲ ਹੱਥ ਮਰੋੜਦੀ ਆਂ, ਦੰਦਾਂ ਥੱਲੇ ਉਂਗਲਾਂ ਚਬਾਉਣੀ ਆਂ, ਸਿਰ ਝੁਕਾ ਕੇ ਧਰਤੀ ਤੇ ਲੀਕਾਂ ਮਾਰਦੀ ਆਂ, ਰਖਾਵਾਂ ਕੱਢਦੀ ਆਂ, ਮਨ 'ਚ ਪਛਤਾਉਣੀ ਆਂ। ਮੈਨੂੰ ਕੇਵਲ ਮਿਰਜ਼ਾ ਹੀ ਪਿਆਰਾ ਲੱਗਦਾ। ਪਿਆਰੀ ਕੋ ਪੀ ਰੁਚੈ ਮਿਰਜ਼ਾ, ਪਰ ਬਿਆਦ ਕਿਦੋਂ ਮਨ ਮੈਂ ਨਾ ਸੁਹਾਵੇ। ਹੋਰ ਦੂਜੇ ਨਾਲ ਮੈਂ ਵਿਆਹ ਨਹੀਂ ਕਰਾਉਣਾ। ਇਸ ਤਰ੍ਹਾਂ ਜਿਹੜੀ ਸਾਹਿਬਾ ਹੈ ਆਪਦੀ ਇੱਕ ਸਖੀ ਸਹੇਲੀ ਦੇ ਨਾਲ ਗੱਲਾਂ ਕਰ ਰਹੀ ਆ ਕਿ ਮੇਰੇ ਵਿਆਹੇ ਜਾਣ ਤੋਂ ਬਾਅਦ ਮੈਨੂੰ ਪਤਾ ਮਿਰਜ਼ਾ ਮਰ ਜਾਵੇਗਾ, ਮੇਰੇ ਤੋਂ ਬਿਨਾਂ ਬਚ ਨਹੀਂ ਸਕਦਾ, ਮੇਰੇ ਤੋਂ ਬਿਨਾਂ ਗਲੀਆਂ ਪੁਕਾਰ ਕੇ ਗਲੀਆਂ ਵਿੱਚ ਮੇਰਾ ਨਾਮ ਲੈਂਦਾ ਭਟਕਦਾ ਫਿਰੇਗਾ। ਫਿਰ ਉਹਦਾ ਕੀ ਬਣੇਗਾ? ਉਹਦੀ ਜ਼ਿੰਦਗੀ ਬਰਬਾਦ ਹੋ ਜਾਏਗੀ। ਕਿਸ ਵਾਸਤੇ ਇਸ ਦੁਨੀਆ ਵਿੱਚ ਮੈਂ ਜੀਵਾਂਗੀ ਜਦੋਂ ਮੇਰਾ ਮਿੱਤਰ ਬਿਰਹਾ ਦੇ ਵਿੱਚ ਸੜ ਜਾਵੇਗਾ। ਤਾਂ ਫਿਰ ਉਹ ਜਿਹੜੀ ਸਾਹਿਬਾ ਹੈ, ਫਿਰ ਉਹ ਇਸ ਤਰ੍ਹਾਂ ਭਾਈ ਪ੍ਰੀਤ ਜਿਹੜਾ ਇੱਕ ਦੁਨੀਆ ਦਾ ਮੋਹ ਹੁੰਦਾ, ਇੱਕ ਹੁੰਦਾ ਇਸ਼ਕ ਮਜਾਜੀ, ਇੱਕ ਹੁੰਦਾ ਇਸ਼ਕ ਹਕੀਕੀ। ਇਹ ਮਜਾਜੀ ਇਸ਼ਕ ਦੀ ਸਤਿਗੁਰ ਨੇ ਇੱਥੇ ਤਾਂ ਗੱਲ ਕਹੀ ਆ ਵੀ ਦੁਨੀਆ ਵਿੱਚ ਇਹ ਚੀਜ਼ਾਂ ਹੋ ਰਹੀਆਂ ਨੇ, ਅੱਜ ਵੀ ਇਹ ਹੋ ਰਹੀਆਂ। ਲੋਕਾਂ ਦੇ ਘਰ ਬਰਬਾਦ ਹੋ ਰਹੇ ਆ, ਆਸ਼ਕ ਬਣ ਕੇ ਲੋਕ ਸਰੀਰਾਂ ਦੇ ਉੱਜੜ ਰਹੇ ਆ, ਰੱਬ ਦੇ ਆਸ਼ਕ ਬਣ ਕੇ ਲੋਕ ਵਸ ਰਹੇ ਆ। ਫਰਕ ਬਹੁਤ ਆ ਇਹਨਾਂ ਚੀਜ਼ਾਂ ਵਿੱਚ। ਇਹ ਤਾਂ ਗੁਰੂ ਸਾਹਿਬ ਜੀ ਨੇ ਸਾਨੂੰ ਦੁਨਿਆਵੀ ਕਾਮ ਦੇ ਵਿੱਚੋਂ ਕੱਢਣ ਵਾਸਤੇ ਚਰਿੱਤਰ ਦੱਸਿਆ, ਨਤੀਜਾ ਇਹਦਾ ਅੰਤ ਵਿੱਚ ਕੱਢਣਗੇ। ਸਾਹਿਬਾ ਨੇ ਮਨ ਵਿੱਚ ਵਿਚਾਰ ਕੀਤਾ, ਆਪਦੀ ਸਹੇਲੀ ਜਿਹੜੀ ਸੀ ਉਹਨੂੰ ਕਹਿਣ ਲੱਗੀ, ਰੰਗਵੰਤੀ ਨਾਮ ਸੀਗਾ, ਤੂੰ ਜਾ ਤੇ ਮਿਰਜ਼ੇ ਨੂੰ ਸੁਨੇਹਾ ਦੇ ਕਿ ਆ ਕੇ ਆਪਦੀ ਸਾਹਿਬਾ ਨੂੰ ਲੈ ਜਾਵੇ। ਉਸ ਨੂੰ ਇਹ ਕਹੇ ਕਿ ਜਦੋਂ ਮੈਨੂੰ ਵਿਆਹ ਕੇ ਲੈ ਜਾਣਗੇ ਤਾਂ ਟਹਿਣੀ ਦਾ ਫਲ ਉਹਨਾਂ ਦੇ ਸਿਰ ਤੇ ਚੜ ਜਾਊਗਾ, ਤਾਂ ਕਿ ਉਹ ਇਹ ਕੁਝ ਸਹਿ ਸਕੂਗਾ ਕਿ ਹਿਰਦੇ ਵਿੱਚ ਕਟਾਰ ਮਾਰ ਕੇ ਮਰ ਜਾਊਗਾ। ਉਹਨੂੰ ਕਹਿਣਾ, ਜੇ ਤੈਨੂੰ ਮੇਰੇ ਨਾਲ ਜਰਾ ਵੀ ਪਿਆਰ ਆ ਨਾ, ਅੱਜ ਹੀ ਆ ਕੇ ਮੈਨੂੰ ਲੈ ਜਾ। ਜਿਉਂ ਹਮ ਸਹਿ ਲਾਗੀ ਕਛੂ ਤੁਮਰੀ ਲਗਨ ਬਣਾਏ, ਤੋ ਮੋਹ ਕੋ ਲੈ ਜਾਈਏ ਆਜ ਨਿਸ਼ਾ ਕੋ ਆਏ। ਉਹਨੂੰ ਕਹਿਣਾ, ਜੇ ਤੈਨੂੰ ਮੇਰੇ ਨਾਲ ਪਿਆਰ ਆ ਨਾ ਤੇ ਇੱਥੇ ਆ ਕੇ ਮੈਨੂੰ ਲੈ ਜਾ। ਰੰਗਵੰਤੀ ਨਾਮ ਸਹੇਲੀ ਨੇ ਜਦੋਂ ਸੁਣੀ ਗੱਲ, ਹੁਣ ਉਹਨੇ ਜਾਣਾ ਸੀਗਾ ਤੇ ਉਹਨੇ ਨਾ ਫਿਰ ਰੂਪ ਬਣਾਇਆ, ਬੰਦੇ ਦਾ ਰੂਪ ਬਟਾ ਲਿਆ। ਸ਼ਕਲ ਪੁਰਖ ਕੋ ਭੇਸਤ ਆਪ ਬਣਾਇਓ, ਵੈ ਕੈ ਬਾਜ ਉਰੂੜ ਤਬੈ ਤਹਿ ਕੋ ਚੱਲੀ, ਹੋ ਲੀਨੇ ਸ਼ਕਲ ਸ਼ੁਬੇਸ਼ ਸਖੀ ਬੀਸਕ ਭੱਲੀ। ਉਹਨੇ 20 ਸਖੀਆਂ ਆਪਦੇ ਨਾਲ ਲੈ ਲਈਆਂ, ਉਹ ਸਾਰੀਆਂ ਚੱਲ ਕੇ ਮਿਰਜ਼ੇ ਦੇ ਘਰੇ ਪਹੁੰਚ ਗਈਆਂ। ਰੂਪ ਉਹਨਾਂ ਨੇ ਬਟਾ ਲਏ, ਬੰਦੇ ਵਰਗੇ ਕੱਪੜੇ ਪਾ ਲਏ, ਜਾ ਕੇ ਸਤਿਕਾਰ ਨਾਲ ਸੀਸ ਝੁਕਾਇਆ। ਕਹਿਣ ਲੱਗੇ ਮਿਰਜ਼ੇ ਨੂੰ, ਜਾ ਕੇ ਬੰਦੇ ਦੇ ਰੂਪ ਦੇ ਵਿੱਚ ਸੀਗੀਆਂ, ਕਹਿਣ ਲੱਗੀਆਂ, ਜੀ ਤੁਹਾਨੂੰ
ਸਾਡੀ ਜਿਹੜੀ ਸਹੇਲੀ ਆ ਸਾਹਿਬਾ ਨੇ ਬੁਲਾਇਆ ਹੈ, ਉਹਦਾ ਵਿਆਹ ਹੋਵੇ, ਬਰਾਤ ਉਧਰੋਂ ਤੁਰ ਪਈ ਆ, ਇਦੋਂ ਪਹਿਲਾਂ ਤੁਸੀਂ ਉਹਨੂੰ ਜਾ ਕੇ ਲੈ ਆਓ। ਸੁਣਦਿਆਂ ਸਾਰੀ ਮਿਰਜ਼ਾ ਹਵਾ ਦੇ ਨਾਲੋਂ ਵੀ ਤੇਜ਼ ਆਪਦੀ ਘੋੜੀ ਬੱਕੀ ਨੂੰ ਭਜਾ ਕੇ ਗਿਆ। ਕੁਝ ਸਮੇਂ 'ਚ ਸਾਹਿਬਾ ਦੇ ਪਿੰਡ ਆ ਗਿਆ। ਜਦੋਂ ਸਾਹਿਬਾ ਨੂੰ ਇਹ ਗੱਲ ਦਾ ਪਤਾ ਲੱਗਾ ਤਾਂ ਉਸ ਝੱਟ ਇੱਕ ਸਖੀ ਨੂੰ ਉਹਦੇ ਕੋਲ ਭੇਜਿਆ। ਕਹਿਣ ਲੱਗੀ, ਮਿੱਤਰ ਤੋਂ ਬਿਨਾਂ ਜ਼ਿੰਦਗੀ ਬੰਦੇ ਦੀ ਹਨੇਰੇ 'ਚ ਬਦਲ ਜਾਂਦੀ ਆ। ਸੁਣੋ ਮਿੱਤਰ ਬਿਨ ਨਿਸ ਭਈ, ਹਿਆ ਨਾ ਪਹੁੰਚੋ ਆਏ, ਜਿਨ ਕੋ ਸੋਧ ਪਛਾਣ ਕੋ ਤਿਨ ਪ੍ਰੀਤ ਕਹਿ ਨਾ ਜਾਏ। ਉਹ ਹਾਲੇ ਤੱਕ ਇੱਥੇ ਆਇਆ ਨਹੀਂ, ਨਾ ਕੋਈ ਉਹਨੂੰ ਪਛਾਣ ਸਕੇ, ਇਸ ਤਰ੍ਹਾਂ ਭਾਵਕੀ ਬਣ ਕੇ ਆ ਗਈ। ਸਹੇਲੀ ਜਿਹੜੀ ਸੀਗੀ ਰੰਗਵੰਤੀ, ਉਹਨੇ ਮਿਰਜ਼ੇ ਨੂੰ ਸਾਰੀ ਗੱਲ ਦੱਸ ਦਿੱਤੀ ਆ। ਉਹ ਬਾਗ ਦੇ ਵਿੱਚ ਬੈਠਾ ਸੀਗਾ, ਸੂਰਜ ਡੁੱਬ ਗਿਆ, ਉਹ ਪਿੰਡ ਦੇ ਅੰਦਰ ਆ ਗਿਆ। ਮਿਰਜ਼ਾ ਰਾਤ ਪਈ ਸਾਹਿਬਾ ਦੇ ਕੋਲ ਆ ਗਿਆ, ਆਪਦੀ ਘੋੜੀ ਦੇ ਪਿਛਲੇ ਪਾਸੇ ਨੂੰ ਬਿਠਾ ਕੇ ਪਿਛਾੜੀ ਬਿਠਾ ਕੇ ਲੈ ਗਿਆ। ਉਹਨੂੰ ਉਧਾਲ ਕੇ ਆਪਣੇ ਦੇਸ਼ ਵੱਲ, ਹਰ ਤਾਕੋ ਦੇ ਸੌਰ ਸਿਧਾਰਿਓ, ਜੋ ਪਹੁੰਚੋ ਤਾਕੋ ਸਰ ਮਾਰਿਓ। ਜਿਹਦਾ ਵੀ ਉਹਨੇ ਭਾਈ ਪਿੱਛਾ ਕੀਤਾ, ਉਹਨੇ ਉੱਤੇ ਤੀਰ ਚਲਾਏ, ਤੀਰ ਖਾ ਕੇ ਮਰ ਗਿਆ। ਮਿਰਜ਼ੇ ਦਾ ਨਿਸ਼ਾਨਾ ਬੜਾ ਪੱਕਾ ਸੀਗਾ। ਸਾਰੀ ਰਾਤ ਚੱਲਦਾ ਰਿਹਾ, ਦਿਨ ਚੜ੍ਹ ਗਿਆ ਤੇ ਘੋੜੇ ਤੋਂ ਉਤਰ ਗਿਆ। ਥੱਕ ਗਿਆ ਸੀਗਾ, ਸੌਣਾ ਚਾਹੁੰਦਾ ਸੀਗਾ, ਇਸ ਕਰਕੇ ਥੱਕ ਜਾਣ ਕਰਕੇ ਉਹ ਥੋੜਾ ਸੌਂ ਗਿਆ। ਦੂਜੇ ਪਾਸੇ ਸਾਹਿਬਾਂ ਦੇ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ। ਉਹ ਸਾਰੇ ਕ੍ਰੋਧ ਵਿੱਚ ਆ ਗਏ ਤੇ ਉਹਦੇ ਪਿੱਛੇ ਲੱਗ ਗਏ। ਜਦੋਂ ਸਾਹਿਬਾਂ ਨੇ ਅੱਖਾਂ ਖੋਲ੍ਹ ਕੇ ਵੇਖਿਆ ਤੇ ਆਸੇ-ਪਾਸੇ ਘੋੜ ਸਵਾਰ ਖੜੇ ਆ। ਉਹਨਾਂ ਸਵਾਰਾਂ ਵਿੱਚ ਉਹਨੇ ਆਪਦੇ 2 ਭਰਾ ਵੀ ਦੇਖੇ। ਸੰਗ ਭਾਈ ਦੋਹੂ ਤਾਹੇ ਨਿਹਾਰੇ, ਕਰਨਾ ਬਹੇ ਨੈਣ ਕਜਰਾਰੇ, ਜਿਨ੍ਹਾਂ ਨੂੰ ਤੱਕ ਕੇ ਉਹਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ। ਉਹਨੇ ਸੋਚਿਆ, ਮਿਰਜ਼ਾ ਉੱਠ ਖੜਿਆ ਨਾ, ਇਹਨੇ ਮੇਰੇ ਦੋਵਾਂ ਭਰਾਵਾਂ ਨੂੰ ਦੇਖ ਲਿਆ, ਤੀਰ ਮਾਰ ਕੇ ਦੋਵਾਂ ਨੂੰ ਮਾਰ ਦੂਗਾ। ਤਾਤੇ ਕਛੂ ਜਤਨ ਅਬ ਕੀਜੈ, ਜਾਤੇ ਰਾਖ ਭਾਇਨ ਲੀਜੈ। ਮੈਨੂੰ ਆਪਣੇ ਭਰਾਵਾਂ ਨੂੰ ਬਚਾਉਣ ਲਈ ਕੋਈ ਯਤਨ ਕਰਨਾ ਚਾਹੀਦਾ। ਉਹਨੇ ਕੀ ਕੀਤਾ, ਸੁੱਤੇ ਹੋਏ ਮਿਰਜ਼ੇ ਨੂੰ ਜਗਾਇਆ ਹੀ ਨਹੀਂ, ਸਗੋਂ ਉਲਟਾ ਉਹਦੇ ਤੀਰ ਕਮਾਨ ਨੂੰ ਜੰਡ ਨਾਲ ਬੰਨ੍ਹਤਾ, ਹੋਰ ਹਥਿਆਰ ਨੂੰ ਵੀ ਲੁਕਾ ਦਿੱਤਾ ਜਿਹੜੇ ਲੱਭਣ ਤੇ ਵੀ ਲੱਭ ਨਹੀਂ ਸੀ ਸਕਦੇ। ਔਰ ਸ਼ਸਤਰ ਲੈ ਕਹੂੰ ਦਰਾਏ, ਖੋਜੇ ਹੁਤੇ ਜਾਤ ਨ ਪਾਏ। ਜਦੋਂ ਨੇੜੇ ਆ ਗਏ ਸਾਰੇ ਉਹਦੇ ਵੀਰ ਸੂਰਮੇ ਆ ਗਏ। ਉਹ ਮਾਰੋ 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 ਇਸ ਤਰ੍ਹਾਂ ਕਹਿਣ ਲੱਗੇ। ਤਬ ਲਓ ਆਏ ਸੂਰ ਸਭ ਗਏ, ਮਾਰੋ ਮਾਰ ਪੁਕਾਰਤ ਪਏ। ਫਿਰ ਮਿਰਜ਼ੇ ਨੇ ਅੱਖਾਂ ਖੋਲੀਆਂ, ਖੜਕਾ ਸੁਣਿਆ ਤੇ ਕਹਿਣ ਲੱਗਾ, ਮੇਰੇ ਹਥਿਆਰ ਕਿੱਥੇ ਆ? ਭੌਂਡੀ ਰਾਂਡ ਕਹੋ ਕਿਆ ਕਰਿਓ। ਉਹਨੂੰ ਪਤਾ ਲੱਗਾ ਕਿ ਸਾਹਿਬਾਂ ਨੇ ਉਹ ਲੁਕੋ ਦਿੱਤੇ ਆ। ਹੇ ਨੀਚ ਇਸਤਰੀ, ਇਹ ਤੂੰ ਕੀ ਕੀਤਾ? ਤਰਕਸ਼ ਟਾਂਗ ਜਾਂਡ ਪੈ ਧਰਿਓ, ਤੀਰ ਕਮਾਨ ਨੂੰ ਜੰਡ ਨਾ ਟੰਗਤਾ। ਹੁਣ ਕਈ ਘੋੜ ਸਵਾਰ ਆ ਗਏ ਆ, ਮੇਰੇ ਹਥਿਆਰ ਕਿੱਥੇ ਲੁਕੋ ਦਿੱਤੇ ਆ? ਭਾਵ ਕਿ ਜਦੋਂ ਭਾਵੇਂ ਚੀਜ਼ ਨੇੜੇ ਹੀ ਟੰਗੀ ਹੋਵੇ, ਜਦੋਂ ਆਪਾਂ ਨੂੰ ਪਤਾ ਹੀ ਨਹੀਂ ਉਹਦਾ ਲੱਭਦੀ ਨਹੀਂ ਹੈਗੀ। ਕਹਿਣ ਲੱਗਾ, ਹਥਿਆਰਾਂ ਤੋਂ ਬਿਨਾਂ ਮੈਂ ਕੀ ਕਰਾਂ? ਤੂੰ ਇਹ ਕੀ ਸੋਚਿਆ? ਮੈਨੂੰ ਬੜੀ ਚਿੰਤਾ, ਮੇਰਾ ਕੋਈ ਸਾਥੀ ਵੀ ਮੇਰੇ ਨਾਲ ਨਹੀਂ ਹੈਗਾ, ਲੱਭਣ ਤੇ ਵੀ ਹਥਿਆਰ ਕਿਤੇ ਨਹੀਂ ਲੱਭੇ। ਮਹਾਰਾਜ ਜੀ ਕਹਿੰਦੇ, ਮਿਰਜ਼ੇ ਨੂੰ ਹਥਿਆਰ ਉਹਦੇ ਲੁਕੋ ਤੇ ਲੱਭਣੇ ਕੀ ਸੀਗੇ ਫਿਰ? ਤਬ ਲਗ ਘੇਰ ਦੁਬਹੀਆ ਆਏ, ਹੇਰ ਰਹੋ ਆ ਯੁੱਧ ਨਹਿ ਪਾਏ। ਫਿਰ ਇੱਕ ਤਾਕਤਵਰ ਘੋੜ ਸਵਾਰ ਆ ਗਏ ਆ। ਇਸਤਰੀ ਨੂੰ ਉਹਨਾਂ ਘੋੜੇ ਤੇ ਚੜਾ ਲਿਆ ਤੇ ਪਿੰਡ ਵੱਲ ਭੱਜ ਗਏ ਆ। ਸਾਰਿਆਂ ਨੇ ਡਰ ਰਹਿਤ ਹੋ ਕੇ ਦੇਖਿਆ, ਮਿਰਜ਼ਾ ਹਥਿਆਰਾਂ ਤੋਂ ਬਿਨਾਂ ਹੁਣ ਉਹਨੂੰ ਮਾਰਨਾ ਸੌਖਾ। ਦੇਖੋ, ਬਹੁਤ ਕਮਜ਼ੋਰ ਬੰਦਾ ਹੋਵੇ ਨਾ ਜੀ, ਉਹਦੇ ਕੋਲ ਹਥਿਆਰ ਹੋਵੇ, ਉਹਦੇ ਤੋਂ ਡਰ ਲੱਗੂਗਾ। ਤੇ ਬਹੁਤ ਬਲੀ ਬੰਦਾ ਹੋਵੇ, ਨਿਹੱਥਾ ਹੋਵੇ, ਫਿਰ ਆਪਾਂ ਕਹਿੰਦੇ ਵੀ ਇਹਦੇ ਕੋਲ ਕਿਹੜਾ ਹੈਗਾ, ਇਹਨੂੰ ਮਾਰ ਦਿਓ। ਹੁਣ ਮਿਰਜ਼ੇ ਨਾਲ ਉਹ ਹੋਈ ਆ। ਫਿਰ ਉਹਨਾਂ ਸੋਚਿਆ, ਅੱਜ ਇਹਨੂੰ ਜਾਣ ਨਹੀਂ ਦੇਣਾ, ਮਿਰਜ਼ੇ ਨੂੰ ਤਾਂ ਅੱਜ ਮਾਰ ਹੀ ਦੇਣਾ। ਕੋ ਪਕੜ ਸਹਿਤੀ ਧਾਇਓ, ਕਿਨੂੰ ਕਾਟ ਕਰ ਖੜਗ ਨਚਾਇਓ। ਕੋਈ ਕਿਰਪਾਨ ਲੈ ਕੇ ਉਹਦੇ ਪਿੱਛੇ ਪੈ ਗਿਆ, ਕਿਸੇ ਨੇ ਖੜਗ ਘੁਮਾਈ, ਕਿਸੇ ਨੇ ਤੀਰ ਮਾਰਿਆ। ਮਿਰਜ਼ੇ ਦੀ ਪੱਗ ਜਿਹੜੀ ਆ ਤੇ ਲੈ ਕੇ ਥੱਲੇ ਡਿੱਗ ਪਈ। ਜਦੋਂ ਉਹਦੀ ਪੱਗ ਲੈ ਗਈ ਨਾ, ਉਹਦਾ ਸਿਰ ਨੰਗਾ ਹੋ ਗਿਆ। ਪਾਗ ਉੱਤਰ ਤਾਕੀ ਜਬ ਗਈ, ਮੁੰਡੀ ਹੋਤ ਨਾਂਗ ਤੇ ਪਈ। ਸਿਰ ਨੰਗਾ ਹੋ ਗਿਆ। ਸੂਰਮੇ ਉਹਦੇ ਨਾਲ ਲੜਨ ਲੱਗੇ ਆ, ਉਹਦੇ ਵਾਲ ਖਿੱਲਰ ਗਏ। ਦੇਖੋ, ਮਿਰਜ਼ੇ ਦੇ ਵਾਲ ਖਿੱਲਰ ਗਏ, ਪੱਗ ਲੈ ਗਈ। ਇਸ ਤਰ੍ਹਾਂ ਭਾਈ
ਕਿਸੇ ਨੇ ਤੀਰ ਨਾਲ, ਕਿਸੇ ਨੇ ਖੜਗ ਨਾਲ ਉਹਦੇ ਤੇ ਵਾਰ ਕੀਤਾ, ਕਿਸੇ ਨੇ ਗਦਾ ਨਾਲ ਵਾਰ ਕੀਤਾ। ਖੇਤ ਵਿੱਚ ਮਿਰਜੇ ਨੂੰ ਮਾਰ ਮਾਰ ਕੇ ਮਾਰ ਹੀ ਦਿੱਤਾ। ਭਾਵ ਉਹਦੀ ਜਾਨ ਜਿਹੜੀ ਆ ਨਾ ਲੈ ਲਈ ਦੁਸ਼ਮਣਾਂ ਨੇ, ਸਾਹਿਬਾਂ ਦੇ ਭਰਾਵਾਂ ਨੇ। ਪਹਿਲਾਂ ਮਿਰਜੇ ਨੂੰ ਮਾਰਿਆ, ਫਿਰ ਜਾ ਸਾਹਿਬਾਂ ਨੂੰ ਫੜਿਆ। ਘੋੜੇ ਤੇ ਚੜ੍ਹ ਕੇ ਉਹ ਰੁੱਖ ਥੱਲੇ ਆਈ ਜਿੱਥੇ ਉਹਨਾਂ ਦੋਵਾਂ ਨੇ ਰਾਤ ਗੁਜ਼ਾਰੀ ਸੀ। ਫਿਰ ਉਹਨੇ ਕੀ ਕੀਤਾ, ਆਪਣੇ ਭਰਾ ਦੀ ਕਮਰ ਵਿੱਚੋਂ ਝੱਟ ਤਲਵਾਰ ਕੱਢ ਲਈ, ਆਪਣੇ ਪੇਟ ਦੇ ਵਿੱਚ ਕਟਾਰ ਮਾਰੀ ਤੇ ਆਪਣੇ ਮਿੱਤਰ ਦੇ ਪਾਸ ਚਲੀ ਗਈ। ਕਮਰ ਭਰਾਂਤ ਕੇ ਕੀ ਤੁਰਤ ਜਮਤਰ ਲਈ ਨਿਘਾਰ, ਕਿਉਂ ਪਿਆਨੂੰ ਮੀਤ ਪੈ ਉਧਰ ਕਟਾਰੀ ਮਾਰ। ਸਾਹਿਬਾਂ ਨੇ ਵੀ ਆਪਦੇ ਭਰਾ ਦੇ ਜਿਹੜੇ ਇਸ ਤਰ੍ਹਾਂ ਕਮਰ ਸੀਗੀ ਨਾ, ਕਮਰ ਕੱਸਾ ਕੀਤਾ ਹੁੰਦਾ, ਉਹ 'ਚ ਕਟਾਰ ਸੀਗੀ, ਉਹ ਕੱਢ ਕੇ ਦਵਾ ਦਵਾ ਆਪਦੇ, ਤਿੱਖੀ ਹੁੰਦੀ ਆ ਕਟਾਰ ਬਹੁਤ ਜ਼ਿਆਦਾ, ਆਪਦੇ ਢਿੱਡ 'ਚ ਮਾਰ ਲਈ, ਪੇਟ 'ਚ ਮਾਰ ਲਈ ਤੇ ਮਰ ਗਈ ਆਪ। ਪਹਿਲਾਂ ਮਿੱਤਰ ਨੂੰ ਉੱਥੋਂ ਕੱਢਿਆ, ਫਿਰ ਉਹਨੂੰ ਦਰਖਤ ਦੇ ਥੱਲੇ ਸਵਾ ਦਿੱਤਾ, ਫਿਰ ਭਰਾਵਾਂ ਦੇ ਮੋਹ 'ਚ ਆ ਗਈ, ਫਿਰ ਹਥਿਆਰਾਂ ਨੂੰ ਜੰਡ ਤੇ ਟੰਗ ਦਿੱਤਾ। ਮਹਾਰਾਜ ਕਹਿੰਦੇ ਦੇਖੋ ਭਾਈ, ਹੁਣ ਗੁਰੂ ਸਾਹਿਬ ਜੀ ਇਹਦਾ ਤੱਤ ਕੱਢ ਰਹੇ ਆ ਅਖੀਰ ਵਿੱਚ। ਤਾਂ ਇਹ ਐਵੇਂ ਨਹੀਂ ਗੱਲਾਂ, ਇਹ ਸਾਰੀਆਂ ਮਹਾਰਾਜ ਜੀ ਦੱਸ ਕੇ ਉਹਦਾ ਨਿਚੋੜ ਵੀ ਕੱਢਦੇ ਆ। ਪ੍ਰਥਮੇ ਰੂਪ ਹੇਰ ਤੇ ਬਿਗਸੀ, ਕਹਿੰਦੇ ਦੇਖੋ ਬੰਦੇ ਦਾ ਮਨ ਕਿਹੋ ਜਿਹਾ। ਪਹਿਲਾਂ ਤਾਂ ਸੁੰਦਰਤਾ ਤੇ ਮੋਹਿਤ ਹੋ ਗਈ, ਨਿਜ ਪਤ ਕਹਿ ਤਾਕੋ ਲੈ ਨਿਕਸੀ। ਫੇਰ ਚਰਿੱਤਰ ਕੀ ਹੋ ਗਿਆ, ਉਹਨੂੰ ਪਤੀ ਮੰਨ ਕੇ ਉਹਦੇ ਨਾਲ ਵੀ ਭੱਜਿਆ ਹੀ। ਫਿਰ ਭਰਾਵਾਂ ਨੂੰ ਵੇਖ ਕੇ ਮੋਹ ਵੀ ਜਾਗ ਪਿਆ। ਆਪਣੇ ਪਿਆਰੇ ਨੂੰ ਜਿਹੜਾ ਸੀਗਾ ਬਣਾ ਕੇ ਕਿ ਤੈਨੂੰ ਮੈਂ ਪਿਆਰ ਕਰਦੀ, ਉਹਨੂੰ ਮਰਵਾਤਾ। ਵਹਿ ਤ੍ਰਿਆ ਪੀਰ ਪਿਆ ਕੇ ਬਰੀ, ਆਪਰ ਮਾਰ ਕਟਾਰੀ ਮਰੀ। ਉਹਨੂੰ ਮਰਵਾ ਕੇ ਤੇ ਫਿਰ ਵਿਆਹ ਵੀ ਨਹੀਂ ਕਰਵਾਇਆ ਉਹਦੇ ਨਾਲ, ਫਿਰ ਆਪ ਕਟਾਰ ਮਾਰ ਮਾਰ ਕੇ ਮਰ ਗਈ ਆ। ਇਸਤਰੀ ਭਾਈ ਜਿਸ ਤਰ੍ਹਾਂ ਚਾਹੇ, ਹੁਣ ਇੱਥੇ ਮਹਾਰਾਜ ਕਹਿੰਦੇ ਜੋ ਤ੍ਰੈ ਚਰਿੱਤ ਕਹਿ ਸੋ ਬਣਾਵੇ। ਇਸਤਰੀ ਜਿਸ ਤਰ੍ਹਾਂ ਵੀ ਚਾਹੇ ਆਪਦਾ ਚਰਿੱਤਰ ਬਣਾ ਲੈਂਦੀ ਆ। ਦੇਵ ਦਾਨਵ ਵੀ ਇਹ ਭੇਦ ਨੂੰ ਨਹੀਂ ਸਮਝ ਸਕੇ ਅਜੇ ਤੱਕ। ਦੇਵਤੇ ਵੀ, ਦਾਨਵ ਵੀ, ਦੇਵ ਅਦੇਵ ਭੇਵ ਨ ਪਾਵੇ, ਇਹਨਾਂ ਨੇ ਵੀ ਇਸਤਰੀ ਦਾ ਭੇਦ ਨਹੀਂ ਪਾਇਆ, ਇਹ ਵੀ ਸਮਝ ਨਹੀਂ ਸਕੇ। ਪ੍ਰਥਮ ਤਹਾਂ ਤੇ ਕਾਢ ਕੇ ਪੁਨ ਨਿਜ ਮੀਤ ਹਨਾਏ, ਪਹਿਲਾਂ ਉਹਨੂੰ ਕੱਢਿਆ, ਫਿਰ ਆਪਦੇ ਮਿੱਤਰ ਨੂੰ ਮਰਵਾਇਆ, ਫਿਰ ਭਰਾਵਾਂ ਦਾ ਮੂੰਹ ਆ ਗਿਆ, ਆਪ ਵੀ ਕਟਾਰ ਮਾਰ ਕੇ ਮਰ ਗਈ। ਭੂਤ ਭਵਿੱਖ ਭਵਾਨ ਮੈਂ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਦੇਖੋ ਗੁਰਸਿੱਖ ਪਿਆਰਿਓ, ਭੂਤਕਾਲ ਭਵਿੱਖ ਆਉਣ ਵਾਲੇ ਸਮੇਂ ਵਿੱਚ ਸਦਾ ਹੀ ਇਹ ਗੱਲਾਂ ਹੁੰਦੀਆਂ ਰਹਿਣਗੀਆਂ। ਚਤਰ ਚਰਿੱਤਰਨ ਕੋ ਸਦਾ ਭੇਵ ਨਾ ਪਾਇਓ ਜਾਏ। ਇਸਤਰੀ ਦੇ ਚਰਿੱਤਰ ਦਾ ਜਿਹੜਾ ਭੇਦ ਆ ਕੋਈ ਵੀ ਬੰਦਾ ਜਾਣ ਨਹੀਂ ਸਕਦਾ। ਇੱਥੇ ਮਹਾਰਾਜ ਕਿਸੇ ਇਸਤਰੀ ਨੂੰ ਮਾੜਾ ਨਹੀਂ ਕਹਿ ਰਹੇ। ਇਹ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਵੀ ਬਚਨ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਕੱਲੇ 10ਵੇਂ ਗ੍ਰੰਥ ਵਿੱਚ ਨਹੀਂ, ਰੰਨਾਂ ਹੋਈਆਂ ਬੋਧੀਆਂ, ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਆ। ਰੰਨਾਂ ਹੋਈਆਂ ਬੋਧੀਆਂ ਪੁਰਸ਼ ਹੋਏ ਸਹੀ ਯਾਦ, ਸੀਲ ਸੰਜਮ ਸੁੱਚ ਭੰਨੀ, ਖਾਣਾ ਖਾਜ ਆਹਾਜ। ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਪਿਆਰਿਓ, ਇਹ ਜਿਹੜਾ ਸ਼ਬਦ ਆ ਨਾ, ਤੁਸੀਂ ਸਾਰੰਗ ਰਾਗ ਦੇ ਵਿੱਚ ਪੜ੍ਹ ਸਕਦੇ ਹੋ। 1243 ਅੰਗ ਤੇ ਦਰਜ ਆ। ਰੰਨਾਂ ਹੋਈਆਂ ਬੋਧੀਆਂ, ਮਹੱਲਾ ਪਹਿਲਾ। ਕਲਯੁਗ ਦੇ ਵਿੱਚ ਜਿਹੜੀਆਂ ਇਸਤਰੀਆਂ ਨੇ ਉਹ ਬੋਧ ਕਰਨ ਵਾਲੀਆਂ ਹੋ ਰਹੀਆਂ ਨੇ। ਪੁਰਸ਼ ਸਯਾਦ, ਸਿੱਖਿਆ ਲੈਣ ਵਾਲੇ, ਸ਼ਿਕਾਰੀ ਦੀ ਭਾਵਨਾ ਵਾਲੇ ਆ। ਰੱਬ ਤੋਂ ਵਿਛੜ ਕੇ ਜਿਹੜੇ ਬੰਦੇ ਆ ਜ਼ਾਲਮ ਹੋ ਰਹੇ ਆ। ਤੀਵੀਆਂ ਇਸਤਰੀਆਂ ਇਹ ਜ਼ੁਲਮ ਲਈ ਸਲਾਹਕਾਰ ਬਣ ਰਹੀਆਂ ਨੇ। ਉਹਨਾਂ ਨੇ ਆਪਦੀ ਭਾਈ ਨਿਮਰਤਾ, ਉਹਨਾਂ ਨੇ ਆਪਦਾ ਸੁਭਾਅ, ਇਹ ਦਿਲ ਦੀ ਸਫਾਈ, ਇਹ ਸਭ ਕੁਝ ਛੱਡ ਦਿੱਤਾ ਹੈ। ਵੱਡੀ ਲੈ ਕੇ ਇਹਨਾਂ ਦਾ ਮਨ ਭਾਉਂਦਾ ਖਾਣਾ ਹੋ ਗਿਆ। ਸ਼ਰਮ ਗਿਆ ਘਰੇ ਆਪਣੇ ਪਤੀ ਉੱਠ ਚੱਲੀ ਨਾਲ, ਇਹ ਲੱਜਿਆ ਆਪਦੇ ਗ੍ਰਹਿ ਨੂੰ ਚਲੀ ਗਈ ਆ। ਸ਼ਰਮ ਹਿਆ ਕਿਤੇ ਆਪਦੇ ਵਤਨ ਚਲੀ ਗਈ ਆ। ਇਹਨਾਂ ਮਨੁੱਖਾਂ ਤੋਂ ਕਿਤੇ ਦੂਰ ਹੋ ਗਈ ਆ। ਅਣਖ ਵੀ ਸ਼ਰਮ ਹਿਆ ਦੇ ਨਾਲ ਹੀ ਚਲੀ ਗਈ ਆ। ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ। ਭਾਈ ਇੱਥੇ ਸੀਲ ਸੰਜਮ ਦੀ ਗੱਲ ਕਰੀਏ, ਪਰਮਾਤਮਾ ਦਾ ਨਾਮ ਹੀ ਕੇਵਲ ਸੱਚਾ, ਹੋਰ ਤੂੰ ਕੋਈ ਚੀਜ਼ ਨਾ ਪਾਲ। ਫਿਰ ਹੋਰ ਸ਼ਬਦ ਤੁਹਾਨੂੰ ਮੈਂ ਸਰਵਣ ਕਰਵਾਉਣਾ ਜੀ। ਕੱਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ, ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਇਹ ਬਿਹਾਗੜੇ ਦੀ ਵਾਰ ਵਿੱਚ ਸ਼ਬਦ ਆ ਗੁਰੂ ਨਾਨਕ ਸਾਹਿਬ ਜੀ ਦਾ, ਜਿਹਦੇ ਵਿੱਚ ਕਹਿੰਦੇ ਪੁੱਤਰ ਪ੍ਰੇਤ ਆ, ਪੁੱਤਰੀ ਚੜੇਲ ਆ। ਪਤਨੀ ਉਹਨਾਂ ਪੁੱਤਰਾਂ ਤੇ ਚੜੇਲਾਂ ਦੀ ਸਰਦਾਰਨੀ ਆ। ਕਲਯੁਗ ਦੇ ਵਿੱਚ ਇਹ ਜਿਹੜੇ ਵਿਕਾਰੀ ਜੀਵਨ ਹੋਇਆ ਨਾ ਔਰਤਾਂ ਦੇ, ਇਹ ਚੜੇਲਾਂ ਦੀ ਸਰਦਾਰਨੀ ਕਿਹਾ ਮਹਾਰਾਜ ਨੇ ਔਰਤ ਨੂੰ। ਇੱਥੇ ਜਿੱਥੇ ਮਹਾਰਾਜ ਨੇ ਕਿਹਾ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਉੱਥੇ ਔਰਤ ਦੇ ਗੁਣ ਵੀ ਪੇਸ਼ ਕੀਤੇ ਆ।
ਤੇ ਨਾਲ ਜਿੱਥੇ ਔਰਤ ਦੇ ਵਿੱਚ ਜਿੱਥੇ ਜਿੱਥੇ ਕਮੀ ਆ ਊਣਤਾਈ ਆ ਉਹ ਵੀ ਦੱਸੀ ਆ। ਕਲਯੁਗ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਉਹਨਾਂ ਦੇ ਵਿੱਚ ਵਿਕਾਰ ਵੀ ਆ। ਔਰਤਾਂ ਆਪਾਂ ਵੇਖਦੇ ਹਾਂ ਡੈਣ ਬਣ ਜਾਂਦੀਆਂ, ਕਈ ਵਾਰ ਬੱਚਿਆਂ ਨੂੰ ਖਾ ਜਾਂਦੀਆਂ, ਆਪਦੇ ਘਰ ਵਾਲੇ ਨੂੰ ਮਰਵਾ ਦਿੰਦੀਆਂ। ਨਿਊਜ਼ਪੇਪਰ ਚੱਕੋ, ਅਖਬਾਰ ਚੱਕੋ, ਖਬਰਾਂ ਪੜ੍ਹੋ। ਮਹਾਰਾਜ ਨੇ ਕਿਹਾ ਆਉਣ ਵਾਲੇ ਸਮੇਂ 'ਚ ਗੱਲਾਂ ਹੁੰਦੀਆਂ ਰਹਿਣਗੀਆਂ। ਅੱਜ ਤੁਸੀਂ ਵੇਖੋਗੇ ਬਹੁਤ ਇਸਤਰੀਆਂ ਜਿਹੜੀਆਂ ਚੰਗੀਆਂ ਨੇ ਉਹਨਾਂ ਨੇ ਤਾਂ ਆਪਦੇ ਘਰ ਵਸਾ ਲਏ ਆ। ਇਸਤਰੀ ਦੇ ਚੁੱਪ ਨੇ ਬਹੁਤ ਘਰ ਵਸਾ ਦਿੱਤੇ ਆ, ਤੇ ਇਸਤਰੀ ਦੇ ਕਲੇਸ਼ਾਂ ਨੇ ਬਹੁਤ ਘਰ, ਕਾਮ ਵਾਸ਼ਨਾ ਨੇ ਬਰਬਾਦ ਕਰਤੇ। 4-4 ਬੱਚਿਆਂ ਦੀਆਂ ਮਾਵਾਂ ਕਿਸੇ ਹੋਰ ਨਾਲ ਤੁਰੀਆਂ ਫਿਰਦੀਆਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸੀਗੇ 10ਵੇਂ ਪਾਤਸ਼ਾਹ ਜੀ ਦੇ, ਉਹ ਭਾਈ ਸੱਚੇ ਹੋਏ ਆ। ਗੁਰੂ ਸਾਹਿਬ ਜੀ 10ਮ ਗ੍ਰੰਥ ਸਾਹਿਬ ਜੀ ਵਿੱਚ ਲਿਖਦੇ ਆ, ਭੂਤ ਭਵਿੱਖ ਭਵਾਨ ਮੈਂ ਸੁਨ ਜਤ ਸਦਾ ਬਣਾਏ, ਚਤਰ ਚਰਿਤਰਨ ਕੋ ਸਦਾ ਭੇਵ ਨਾ ਪਾਇਓ ਜਾਏ। ਤਾਂ ਭਾਈ ਗੁਰਸਿੱਖ ਪਿਆਰਿਓ, ਆਉਣ ਵਾਲੇ ਸਮੇਂ ਵਿੱਚ, ਲੰਘ ਚੁੱਕੇ ਸਮੇਂ ਵਿੱਚ, ਚੱਲ ਰਹੇ ਸਮੇਂ ਵਿੱਚ ਸਦਾ ਹੀ ਇਹ ਗੱਲਾਂ ਸੁਣੀਆਂ ਜਾਣਗੀਆਂ। ਚਤਰ ਚਰਿਤਰਨ ਕੋ ਸਦਾ ਭੇਵ ਨਾ ਪਾਇਓ ਜਾਏ। ਇਸ ਕਰਕੇ ਭਾਈ ਇਸਤਰੀ ਦੇ ਚਰਿੱਤਰ ਨੂੰ ਤਾਂ ਕੋਈ ਜਾਣ ਹੀ ਨਹੀਂ ਸਕਦਾ, ਨਾ ਤਾਂ ਦੇਵ ਤੇ ਨਾ ਦਾਨਵ, ਨਾ ਇਹ ਜਾਣ ਹੀ ਨਹੀਂ ਸਕਦੇ ਭੇਦ ਨੂੰ। ਇਸ ਤਰ੍ਹਾਂ ਭਾਈ ਬਾਈਬਲ ਦੇ ਵਿੱਚ ਵੀ ਕਹਾਣੀ ਆਉਂਦੀ ਆ ਸੈਮਸਨ ਤੇ ਦਲਾਈਲਾ ਦੀ। ਉਹ ਸੈਮਸਨ ਇੰਨਾ ਜ਼ਿਆਦਾ ਤਾਕਤਵਰ ਸੀਗਾ, ਖੋਤੇ ਦੀ ਹੱਡੀ ਦੇ ਨਾਲ ਸੂਰਮਿਆਂ ਨੂੰ ਮਾਰ ਦਿੰਦਾ ਸੀ, ਦੁਸ਼ਮਣਾਂ ਦੀ ਫੌਜ ਨੂੰ, ਕਹਿੰਦੇ ਕਹਾਉਂਦਿਆਂ। ਫਿਰ ਉਹਨਾਂ ਨੇ ਸੋਚਿਆ ਵੀ ਇਹ ਬੰਦੇ ਨੂੰ ਫੜੀਏ ਕਿਵੇਂ, ਕਾਬੂ ਕਿਵੇਂ ਕਰੀਏ। ਬਾਈਬਲ ਦੀ ਕਹਾਣੀ ਹੈ, ਤੁਸੀਂ ਜਾ ਕੇ ਸਰਚ ਕਰਿਓ ਤੇ ਆਪਦੇ ਕੋਲੋਂ ਨਹੀਂ ਤੁਹਾਨੂੰ ਪਤਾ ਲੱਗੂ। ਉਹਨਾਂ ਨੇ ਇੱਕ ਔਰਤ ਚੁਣੀ, ਕਹਿੰਦੇ ਬੰਦਿਆਂ ਤੋਂ ਕਾਬੂ ਨਹੀਂ ਹੋਣਾ, ਔਰਤ ਤੋਂ ਕਾਬੂ ਹੋਊਗਾ। ਦਲਾਈਲਾ ਸੀ ਉਹਦਾ ਨਾਂ। ਉਹਨੂੰ ਕਹਿੰਦੇ ਤੂੰ ਇਹਨਾਂ ਦੇ ਪਿਆਰ ਦੇ ਚੱਕਰ 'ਚ ਬੰਦੇ ਨੂੰ ਫਸਾ, ਕਿਵੇਂ ਨਾ ਕਿਵੇਂ ਇਹਨੂੰ ਵੜਿਆ ਕੇ ਪੁੱਛ ਵੀ ਇਹ 'ਚ ਇੰਨੀ ਜਾਨ ਕਿੱਥੋਂ ਆ ਗਈ, ਇਹ 'ਚ ਕਿੰਨੀ ਸ਼ਕਤੀ ਹੈ ਇਹਦੇ ਵਿੱਚ, ਇਹ ਕਿੱਥੋਂ ਆਈ ਆ, ਖੋਤੇ ਦੀ ਹੱਡੀ ਨਾਲ ਹੀ ਮਾਰੀ ਜਾਂਦਾ ਸਾਨੂੰ। ਉਹਨਾਂ ਨੇ ਸਲਾਹ ਕੀਤੀ, ਦੂਜੇ ਰਾਜਿਆਂ ਨੇ ਇਸਤਰੀ ਨੂੰ ਭੇਜਿਆ ਇਹਦੇ ਕੋਲੇ। ਉਹਨੇ ਚੱਕਰ 'ਚ ਫਸਾ ਲਿਆ ਇਹਨੂੰ, ਸੈਮਸਨ ਨੂੰ, ਵੜਿਆ ਕੇ ਲਾੜ ਦੇ ਨਾਲ ਤੇ ਪੁੱਛ ਲਿਆ ਵੀ ਤੇਰੀ ਸ਼ਕਤੀ ਦਾ ਰਾਜ ਕੀ ਹੈ। ਉਹ ਕਹਿੰਦਾ ਮੈਂ ਜਨਮ ਤੋਂ ਕੇਸ ਨਹੀਂ ਕਟਾਏ ਅੱਜ ਤੱਕ। ਜਦੋਂ ਤੋਂ ਮੇਰਾ ਜਨਮ ਹੋਇਆ ਮੇਰੀ ਮਾਂ ਨੇ ਮੇਰੇ ਕੇਸ ਨਹੀਂ ਕਤਲ ਕੀਤੇ, ਇਹਨਾਂ ਕੇਸਾਂ ਤੋਂ ਹੀ ਮੈਨੂੰ ਸਾਰੀ ਤਾਕਤ ਮਿਲਦੀ ਆ। ਤੇ ਇਹ ਫਿਰ ਮੈਂ ਉਹਦੇ ਨਾਲ ਜਾਨ ਆ ਜਾਂਦੀ ਮੇਰੇ ਵਿੱਚ, ਤੇ ਮੈਂ ਵੱਡੇ ਵੱਡੇ ਸੂਰਮਿਆਂ ਨੂੰ ਖੋਤੇ ਦੀ ਹੱਡੀ ਨਹੀਂ ਮਾਰ ਦਿੰਦਾ, ਲੋੜ ਹੀ ਨਹੀਂ ਪੈਂਦੀ ਹਥਿਆਰ ਦੀ। ਉਹ ਫਿਰ ਜਦੋਂ ਸੌਂ ਗਿਆ ਨਾ, ਦਲਾਈਲਾ ਨੇ ਇਹਦੇ ਕੇਸ ਕੱਟਤੇ, ਕੈਂਚੀ ਲੈ ਕੇ ਸੁੱਤੇ ਪਏ ਦੇ ਕੇਸ ਕਤਲ ਕਰ ਦਿੱਤੇ। ਫਿਰ ਇਹ ਦੁਸ਼ਮਣਾਂ ਦੇ ਹੱਥੋਂ ਫੜਿਆ ਗਿਆ, ਮਾਰਿਆ ਗਿਆ, ਮੁੜ ਛੁੱਟਿਆ ਹੀ ਨਹੀਂ ਹੈਗਾ। ਏਡਾ ਵੱਡਾ ਯੋਧਾ। ਇੱਥੇ ਮੈਂ ਤੁਹਾਨੂੰ ਜਿਹੜੀ ਗੱਲ ਕਹਿਣੀ ਚਾਹ ਰਿਹਾ ਉਹਨੂੰ ਸਮਝਣ ਦਾ ਤੁਸੀਂ ਯਤਨ ਕਰੋਗੇ ਤੇ ਫਿਰ ਤੁਹਾਨੂੰ ਸਮਝ ਲੱਗਣੀ ਆ। ਜੇ ਵਿੱਚ ਆਪਦਾ ਹੀ ਦਿਮਾਗ ਵਰਤਣਾ, ਤਰਕ ਕਰਨੀ ਆ ਗੁਰੂ ਤੇ, ਫੇਰ ਨਹੀਂ ਇਹ ਚੀਜ਼ਾਂ ਹੋਣੀਆਂ। ਗੁਰੂ ਸਾਹਿਬ ਜੀ ਨੇ ਅੰਤ ਵਿੱਚ ਇਹਦਾ ਰਿਜ਼ਲਟ ਕੱਢਿਆ, ਨਤੀਜਾ ਕੱਢਿਆ ਕਿ ਭਾਈ ਜਿਹੜਾ ਬੰਦਾ ਇਸ ਤਰ੍ਹਾਂ ਇਹ ਚੱਕਰਾਂ ਵਿੱਚ ਪੈਂਦਾ ਉਹਦਾ ਵੀ ਹਾਲ ਮਿਰਜੇ ਵਾਲਾ ਹੀ ਹੋਊਗਾ, ਮਾਰਿਆ ਜਾਊਗਾ। ਗੁਰੂ ਸਾਹਿਬ ਜੀ ਨੇ ਜਰ ਜੋਰੂ ਜ਼ਮੀਨ, ਕਲਗੀਧਰ ਜੀ ਨੇ ਨਾ ਤਾਂ ਜ਼ਮੀਨ ਦੀ ਖਾਤਰ ਕਦੇ ਲੜਾਈ ਕੀਤੀ ਆ, ਨਾ ਧਨ ਦੌਲਤ ਦੀ ਖਾਤਰ ਲੜਾਈ ਕੀਤੀ ਆ, ਜੋਰੂ ਦੀ ਖਾਤਰ, ਨਾ ਜਰ ਜ਼ਮੀਨ ਦੇ ਭਾਵ ਜ਼ਮੀਨ ਦੀ ਖਾਤਰ। ਗੁਰੂ ਸਾਹਿਬ ਜੀ ਨੇ ਨਾ ਕਿਸੇ ਧਰਤੀ ਦੇ ਟੁਕੜੇ ਦੀ ਖਾਤਰ, ਨਾ ਕਿਸੇ ਖਜ਼ਾਨੇ ਦੇ ਲਈ ਮਹਾਰਾਜ ਨੇ ਜਿਹੜਾ ਇਲਾਕਾ ਮਹਾਰਾਜ ਜੀ ਨੇ ਜਿੱਤ ਲਿਆ ਉਹਨੂੰ ਛੱਡਤਾ। ਇਹ ਨਹੀਂ ਕਿ ਉੱਤੇ ਕਬਜ਼ਾ ਕਰ ਲਿਆ। ਜੰਗਾਂ 14 ਕੀਤੀਆਂ ਪਰ ਮਹਾਰਾਜ ਨੇ ਉੱਥੇ ਕਬਜ਼ਾ ਨਹੀਂ ਕੀਤਾ। ਕਿਸੇ ਜ਼ਮੀਨ ਦੀ ਖਾਤਰ ਨਹੀਂ, ਕਿਸੇ ਇਸਤਰੀ ਦੀ ਖਾਤਰ ਨਹੀਂ, ਕਿਸੇ ਖਜ਼ਾਨੇ ਦੀ ਖਾਤਰ ਨਹੀਂ। ਗੁਰੂ ਸਾਹਿਬ ਜੀ ਨੇ ਜੰਗ ਨਹੀਂ ਕੀਤੀ, ਜ਼ਬਰ ਜ਼ੁਲਮ ਦੀ ਖਾਤਰ ਮਹਾਰਾਜ ਨੇ ਯੁੱਧ ਕੀਤੇ। ਇਹ ਚੀਜ਼ਾਂ ਸਾਰੀਆਂ ਨੂੰ ਸਮਝਣਾ ਪਵੇਗਾ। ਗੁਰੂ ਸਾਹਿਬ ਜੀ ਨੇ ਫਿਰ 10ਮ ਗ੍ਰੰਥ ਦੀ ਰਚਨਾ ਕੀਤੀ। ਸਾਡੀ ਜਿਹੜੀ ਅਰਦਾਸ ਆ ਉਹ ਵੀ ਸ਼੍ਰੀ 10ਮ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹੀ ਆ। ਜਾਪ ਸਾਹਿਬ ਦੀ ਬਾਣੀ ਜਿਹੜੀ ਆ ਸਰਵਣ ਕਰਦੇ ਹੋ ਤੁਸੀਂ ਸੰਗਤ ਜੀ, ਤੇ ਉਹ ਵੀ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਉਹ ਵੀ ਸ਼੍ਰੀ 10ਮ ਗ੍ਰੰਥ ਵਿੱਚੋਂ ਆ। ਪ੍ਰਿਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਇਹ ਸਾਰੀ ਜਿਹੜੀ ਅਰਦਾਸ ਦਾ ਪਹਿਲਾ ਆਪਾਂ ਪੜ੍ਹਦੇ ਹਾਂ ਗੁਰੂਆਂ ਦੇ ਨਾਮ, ਇਹ ਵੀ ਸ਼੍ਰੀ 10ਮ ਗ੍ਰੰਥ ਵਿੱਚੋਂ ਹੈ ਜੀ। ਇਸ ਕਰਕੇ ਕੁਝ ਸੌੜੀ ਸੋਚ ਜਿਹੜੀ ਹੁੰਦੀ ਆ, ਉਹ ਲੋਕ ਜਿਹੜੇ ਆ
ਉਹ ਕਹਿ ਦਿੰਦੇ ਆ, ਕਿਉਂਕਿ ਉਹਨਾਂ ਦੇ ਆਪ ਦੇ ਅੰਦਰ ਵਾਸ਼ਨਾ ਬਹੁਤ ਆ। ਫਿਰ ਉਹ ਕਹਿ ਦਿੰਦੇ ਆ ਇਹ ਗੁਰੂ ਸਾਹਿਬ ਦੀ ਬਾਣੀ ਨਹੀਂ ਹੋ ਸਕਦੀ, ਇਹ ਕਿਵੇਂ ਗੁਰੂ ਸਾਹਿਬ ਜੀ ਕਹਿ ਸਕਦੇ ਆ। ਤਾਂ ਮਸਕੀਨ ਸਾਹਿਬ ਜੀ ਨੇ ਗੱਲਾਂ ਸਾਰੀਆਂ ਸਪਸ਼ਟ ਕੀਤੀਆਂ ਹੋਈਆਂ, ਜਿਨ੍ਹਾਂ ਨੂੰ ਕੌਮ ਦੇ ਵੱਲੋਂ ਪੰਥ ਰਤਨ ਦਾ ਅਵਾਰਡ ਮਿਲਿਆ। ਉਹਨਾਂ ਨੂੰ ਬਹੁਤ ਹੀ ਗੁਰਮਤਿ ਵਿਦਿਆ ਮਾਰਤੰਡ ਤੇ ਪੰਥ ਰਤਨ ਦਾ ਇਹ ਸਾਰਾ ਉਹਨਾਂ ਨੂੰ ਅਵਾਰਡ ਇੱਕ ਸਨਮਾਨਿਤ ਕੀਤਾ ਗਿਆ ਕੌਮ ਦੇ ਵੱਲੋਂ। ਉਹ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਰਚਨਾ ਹੈ। ਹੋਰ ਵੀ ਜਿਹੜੇ ਮਹਾਂਪੁਰਖ ਪੜ੍ਹੇ ਲਿਖੇ ਉਹ ਸਾਰੇ ਮੰਨਦੇ। ਕੁਝ ਲੋਕ ਜਿਹੜੇ ਨਹੀਂ ਮੰਨਦੇ, ਮੈਂ ਉਹਨਾਂ ਨੂੰ ਮਨਾਉਣਾ ਨਹੀਂ ਚਾਹੁੰਦਾ। ਮੈਂ ਉਹਨਾਂ ਨੂੰ ਇਹ ਕਹਿ ਰਿਹਾ, ਭਾਈ ਤੁਸੀਂ ਨਹੀਂ ਮੰਨਦੇ, ਤੁਮਕੋ ਤੁਮਾਰਾ ਖੂਬ। ਤੁਸੀਂ ਨਹੀਂ ਮੰਨਦੇ ਤੇ ਤੁਹਾਨੂੰ ਤੁਹਾਡੀਆਂ ਗੱਲਾਂ ਮੁਬਾਰਕ ਨੇ, ਪਰ ਜਿਹੜੇ ਮੰਨਦੇ ਆ ਭਾਈ ਉਹਨਾਂ ਨੂੰ ਮੰਨਣ ਦਿਓ। ਤੇ ਇਸ ਕਰਕੇ ਤਾਂ ਅੱਜ ਕੱਲ੍ਹ ਲੋਕ ਜਿਹੜੇ ਆ ਮਿਹਨਤ ਨਹੀਂ ਕਰਦੇ, ਪੁਰਾਤਨ ਗ੍ਰੰਥ ਨਹੀਂ ਪੜ੍ਹਦੇ, ਬਿਨਾਂ ਸੁਣੀ ਸੁਣਾਈ ਗੱਲ ਤੇ ਟੀਕਾ ਟਿੱਪਣੀ ਕਰੀ ਜਾਂਦੇ ਆ। ਉਹਨਾਂ ਲਈ ਸਾਨੂੰ ਇਹ ਗੱਲਾਂ ਕਹਿਣੀਆਂ ਪੈ ਜਾਂਦੀਆਂ ਕਈ ਵਾਰ। ਤਾਂ ਮੈਂ ਆਪ ਜੀ ਨੂੰ ਕਹੂੰਗਾ, ਮੇਰੇ ਕਹੇ ਤੇ ਵੀ ਯਕੀਨ ਨਾ ਕਰੋ, ਆਪ ਲਿਆ ਕੇ ਗ੍ਰੰਥ ਪੜ੍ਹੋ, ਆਪ ਲਿਆ ਕੇ ਪੜ੍ਹੋ, ਫਿਰ ਤੁਸੀਂ ਆਪ ਖੋਜੋ ਵੀ ਸਤਿਗੁਰ ਕਹਿਣਾ ਕੀ ਚਾਹੁੰਦੇ। ਗੁਰੂ ਸਾਹਿਬ ਜੀ ਸਾਡੇ ਸਿੱਖਾਂ ਨੂੰ ਕਾਮਨਾਵਾਂ ਕਾਮ ਵਾਸ਼ਨਾ ਤੋਂ ਬਚਾਉਣ ਲਈ ਕੁਝ ਚਰਿੱਤਰ ਮਹਾਰਾਜ ਜੀ ਨੇ ਕਹੇ ਆ, ਜਿਹਦੇ ਕਰਕੇ ਸਤਿਗੁਰੂ ਜੀ ਇਹ ਸਮਝਾਉਣਾ ਚਾਹੁੰਦੇ ਆ ਕਿ ਬੰਦਿਆ ਤੂੰ ਇਹ ਗਲਤੀਆਂ ਨਾ ਕਰੀ ਜਿਹੜੀਆਂ ਮਿਰਜ਼ੇ ਨੇ ਕਰ ਲਈਆਂ, ਤੂੰ ਇਹ ਗਲਤੀਆਂ ਨਾ ਕਰੀ ਜਿਹੜੀਆਂ ਰਾਜੇ ਨੇ ਕਰ ਲਈਆਂ, ਤੂੰ ਇਹ ਗਲਤੀਆਂ ਨਾ ਕਰੀ ਬੰਦਿਆ ਜਿਹੜੀਆਂ ਸੈਮਸਨ ਨੇ ਕੀਤੀਆਂ। ਇਸ ਕਰਕੇ ਬਹੁਤ ਘਰ ਅੱਜ ਬਰਬਾਦ ਹੋ ਗਏ ਆ। ਭੂਤ ਭਵਿੱਖ ਭਗਵਾਨ ਜਪੈਂਗੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਵੀ ਆ। ਇਹ ਗੱਲਾਂ ਤੁਹਾਨੂੰ ਭਾਈ ਸੁਣਨ ਨੂੰ ਮਿਲਣੀਆਂ ਹੀ ਮਿਲਣੀਆਂ। ਨਿਊਜ਼ਪੇਪਰ ਚੱਕ ਲਿਆ ਕਰੋ, ਅਖਬਾਰ ਚੱਕ ਲਿਆ ਕਰੋ, ਪੁਰਾਣੇ ਕੱਢ ਲਓ, ਅੱਜ ਤੋਂ ਕੁਝ ਸਾਲ ਪਹਿਲਾਂ ਵਾਲੇ, ਇਹ ਕਹਾਣੀਆਂ ਤੁਹਾਨੂੰ ਮਿਲਣਗੀਆਂ। ਇਹ ਜਿਹੜੀਆਂ ਸਾਡੇ ਆਸ-ਪਾਸ ਹੋਈ ਜਾਂਦੀਆਂ ਗੁਰੂ ਸਾਹਿਬ ਜੀ ਨੇ ਪਹਿਲਾਂ ਦੱਸਦੀਆਂ, ਤੇ ਉਹਦੇ ਵਿੱਚ ਫਿਰ ਸਾਡਾ ਕਸੂਰ ਆ ਕਿ ਗੁਰੂ ਦਾ ਦੋਸ਼ ਆ। ਭਾਈ ਸਾਡੀ ਹੋਈ ਕਮੀ ਆ, ਸਾਡੇ 'ਚ ਕੋਈ ਕਮੀ ਹੋਊਗੀ ਜਿਹੜੀਆਂ ਸਾਡੇ ਹਜਮ ਨਹੀਂ ਹੁੰਦੀਆਂ ਗੱਲਾਂ। ਇਸ ਕਰਕੇ ਸੱਚ ਜਿਹੜਾ ਹੁੰਦਾ ਬਹੁਤ ਮਿੱਠਾ ਹੁੰਦਾ, ਹਾਂ ਬੰਦੇ ਨੂੰ ਕੌੜਾ ਲੱਗਦਾ, ਉਹ ਗੱਲ ਵੱਖਰੀ ਹੈ। ਇਸ ਕਰਕੇ ਸੱਚ ਤੇ ਕੱਚ ਚੁੱਭ ਜਾਂਦਾ ਬੰਦੇ ਦੇ। ਤਾਂ ਭਾਈ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਰਿੱਤਰ ਕਹੇ ਸੀਗੇ, ਜਿਹਦੇ ਵਿੱਚ ਉਹਨਾਂ ਨੇ ਮਿਰਜ਼ਾ ਸਾਹਿਬਾਂ ਦੀ ਗੱਲ ਸੁਣਾ ਕੇ ਅਖੀਰ ਵਿੱਚ ਕਿਹਾ ਕਿ ਇਹ ਤਾਂ ਭਾਈ ਸਾਰੀਆਂ ਚੀਜ਼ਾਂ ਹੁੰਦੀਆਂ ਹੀ ਹੁੰਦੀਆਂ ਨੇ, ਹੁਣ ਵੀ ਹੁੰਦੀਆਂ ਰਹਿਣਗੀਆਂ, ਹੁੰਦੀਆਂ ਰਹਿੰਦੀਆਂ ਸੀਗੀਆਂ। ਚਰਿੱਤਰ ਜਿਹੜਾ ਪ੍ਰਸੰਗ ਆ, ਇਤ ਸ੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਖ ਸੰਭਾਦੇ 129ਵੇਂ ਚਰਿੱਤਰ ਸਮਾਪਤ ਸਤ ਸੁਭਮ ਸਤ ਅਫਜੂ। ਤਾਂ ਇਹ ਅਫਜੂ ਜਿਹੜਾ ਫਾਰਸੀ ਦਾ ਸ਼ਬਦ ਆ, ਜਿਹਦੇ ਅਰਥ ਹੁੰਦੇ ਆ ਇਸ ਤੋਂ ਇਲਾਵਾ। ਅੱਗੇ ਹੋਰ ਵੀ ਭਾਵ ਕੀ ਮਹਾਰਾਜ ਜੀ ਨੇ ਕਥਾ ਜਿਹੜੀ ਅੱਗੇ ਕਹੀ ਆ ਉਹ ਚਰਿੱਤਰਾਂ ਦੀ। ਸੋ ਗੁਰੂ ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਾਨ ਬੜੀ ਉੱਚੀ ਹੈ, ਜਿਨ੍ਹਾਂ ਨੇ ਸਾਨੂੰ ਇਹਨਾਂ ਚੀਜ਼ਾਂ ਚੋਂ ਕੱਢਣ ਵਾਸਤੇ ਤੇ ਕੁਝ ਚਰਿੱਤਰ ਮਹਾਰਾਜ ਜੀ ਨੇ ਦੱਸੇ ਆ। ਤੇ ਗੁਰੂ ਸਾਹਿਬ ਜੀ ਨੇ ਆਪ ਗੁਰਤਾ ਗੱਦੀ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਆ ਮਾਨਤਾ। ਆਪ ਉਹਦੇ ਅੱਗੇ ਸੀਸ ਝੁਕਾ ਕੇ ਸ੍ਰੀ ਹਜ਼ੂਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਲਈ ਕਿਹਾ। ਸੋ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਆ, ਉਹਨਾਂ ਨੂੰ ਮੱਥਾ ਟੇਕਿਆ ਕਰੋ, ਬਾਣੀ ਪੜ੍ਹਿਆ ਕਰੋ। ਦਸਮ ਗ੍ਰੰਥ ਜਿਹੜੀ ਰਚਨਾ ਹੈ ਇਹ ਗੁਰੂ ਕਲਗੀਧਰ ਮਹਾਰਾਜ ਜੀ ਦੀ ਆਪਣੀ ਰਚਨਾ ਹੈ। ਤਾਂ ਇਹਦੇ ਵਿੱਚੋਂ ਉਹਨਾਂ ਨੇ ਬਹੁਤ ਦੁਨੀਆ ਤੇ ਜੋ ਹੋ ਰਿਹਾ, 24 ਅਵਤਾਰਾਂ ਦੀ ਕਥਾ, ਹੋਰ ਅਵਤਾਰਾਂ ਦੇ ਬਾਰੇ ਦੱਸਿਆ, ਚਰਿੱਤਰਾਂ ਦੇ ਬਾਰੇ ਦੱਸਿਆ। ਅਕਾਲ ਉਸਤਤ ਇਹਦੇ ਵਿੱਚ, ਚੰਡੀ ਦੀ ਵਾਰ ਇਸੇ ਦਸਮ ਗ੍ਰੰਥ 'ਚ ਹੀ ਆ, ਸਾਡੀ ਅਰਦਾਸ ਵੀ ਦਸਮ ਗ੍ਰੰਥ 'ਚ ਹੀ ਆ, ਤੋ ਪ੍ਰਸਾਦ ਸਵਈਏ ਵੀ ਇਸੇ 'ਚ ਹੀ ਆ, ਚੌਪਈ ਸਾਹਿਬ ਵੀ ਇਸੇ ਗ੍ਰੰਥ ਵਿੱਚ ਆ। ਇਸ ਕਰਕੇ ਭਾਈ ਇਹਨਾਂ ਚੀਜ਼ਾਂ ਨੂੰ ਖੁਦ ਵਿਚਾਰਨ ਦੀ ਲੋੜ ਆ। ਉਮੀਦ ਕਰਦਾ ਤੁਸੀਂ ਆਪ ਇਹਨਾਂ ਚੀਜ਼ਾਂ ਨੂੰ ਸਮਝੋਗੇ ਤੇ ਬੜੇ ਹੀ ਸੁਹਿਰਦ ਹੋ ਕੇ ਫੈਸਲਾ ਕਰੋਗੇ। ਸੋ ਭਾਈ ਕਿਸੇ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਨਾ ਕਰੋ, ਆਪ ਖੋਜੋ, ਆਪ ਖੋਜ ਮਿਲੇ ਕਬੀਰਾ। ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ। ਬੰਦੇ ਨੂੰ ਆਪ ਦੀ ਪਰਖ ਆਪ ਕਰਨੀ ਚਾਹੀਦੀ ਆ। ਇਹੀ ਬੇਨਤੀਆਂ ਸੀ ਆਪ ਜੀ ਦੇ ਚਰਨਾਂ ਵਿੱਚ। ਜਿਹੜੀਆਂ ਵੀ ਸੰਗਤਾਂ ਨੇ ਭਾਈ ਪ੍ਰੇਮ ਦੇ ਨਾਲ ਇਹ ਸਰਵਣ ਕੀਤਾ ਹੈ ਪ੍ਰਸੰਗ, ਸਾਰੀਆਂ ਸੰਗਤਾਂ ਦਾ ਧੰਨਵਾਦ। ਭੁੱਲ ਚੁੱਕ ਦੀ ਖਿਮਾ। ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, जितनी भी हो गोविंद की तारीफ वो कम है। हर चंद मेरे हाथ में पुरजोर कलम है। सतगुरु के लिखूं बसप कहाँ ताबे रकम है। ना कहूँ अब की ना कहूँ तब की, अगर ना होते गुरु गोबिंद सिंह जी तो सुन्नत होती सब की। भुल चुक दी खिमा।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।